ਆਓ ਅਸੀਂ ਨਵੇਂ ਨੇਮ ਅਤੇ ਪਰਮੇਸ਼ਰ ਨਾਮ ਦੇ ਉਪਦੇਸ਼ ਸਿਰਲੇਖ ਦੇ ਨਾਲ ਇਕੱਠੇ ਪਰਮੇਸ਼ਰ ਦੇ ਵਚਨ ਦਾ ਅਧਿਐਨ ਕਰਨ ਦੇ ਲਈ ਕੁਝ ਸਮਾਂ ਲਈਏ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਸਾਡੀਆਂ ਅੱਖਾਂ ਦੇ ਲਈ ਅਣਡਿੱਠੀਆਂ ਹਨ। ਉਦਾਹਰਨ ਦੇ ਲਈ ਅਸੀਂ ਹਵਾ ਨੂੰ ਦੇਖਣ ਵਿੱਚ ਸ਼ਕਤੀਹੀਨ ਹਾਂ, ਭਾਵੇਂ ਉਸ ਦਾ ਸਾਡੇ ਕੋਲ ਘੇਰਾ ਹੈ। ਇਸ ਤੋਂ ਇਲਾਵਾ ਅਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਦੇਖ ਪਾਉਂਦੇ ਜੋ ਬਹੁਤ ਦੂਰ ਹਨ, ਜਾਂ ਉਹ ਚੀਜ਼ਾਂ ਜੋ ਸਾਡੇ ਬਹੁਤ ਨੇੜੇ ਹਨ। ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਜਾਂ ਤਾਂ ਬਹੁਤ ਛੋਟੀਆਂ ਹਨ ਜਾਂ ਬਹੁਤ ਵੱਡੀਆਂ ਹਨ, ਦੋਨੋਂ ਹੀ ਨੰਗੀਆਂ ਅੱਖਾਂ ਦੇ ਲਈ ਅਣਡਿੱਠੀਆਂ ਹਨ। ਇਸ ਤਰ੍ਹਾਂ ਮਨੁੱਖ ਦੇ ਰੂਪ ਵਿੱਚ ਅਸੀਂ ਸਮੇਂ ਅਤੇ ਥਾਂ ਦੀਆਂ ਰੁਕਾਵਟਾਂ ਵਿੱਚ ਸੀਮਤ ਰਹਿੰਦੇ ਹਾਂ। ਇਹ ਬਦਕਿਸਮਤੀ ਦੀ ਗੱਲ ਹੈ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਕਾਫੀ ਚੀਜ਼ਾਂ ਦੀ ਮੌਜੂਦਗੀ ਹੈ, ਭਾਵੇਂ ਹੀ ਉਹਨਾਂ ਦੀ ਅਸਲ ਵਿੱਚ ਮੌਜੂਦਗੀ ਹੈ। ਸਾਰੇ ਲੋਕੋ ਇਸ ਤੇ ਵਿਚਾਰ ਕਰਨ ਦੇ ਲਈ ਇੱਕ ਪਲ ਲਓ ਕਿ ਇਸ ਤਰ੍ਹਾਂ ਦੇ ਕਾਫੀ ਔਜ਼ਾਰ ਨਹੀਂ ਹਨ ਜੋ ਸਾਨੂੰ ਇਹ ਦੇਖਣ ਵਿੱਚ ਕਾਬਿਲ ਬਣਾਉਂਦੇ ਹਨ ਕਿ ਜੋ ਅਸੀਂ ਆਪਣੀਆਂ ਨੰਗੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। ਉਦਾਹਰਨ ਦੇ ਲਈ ਕਿ ਘੜੀ ਇੱਕ ਔਜ਼ਾਰ ਨਹੀਂ ਹੈ ਜੋ ਸਾਨੂੰ ਸਮੇਂ ਨੂੰ ਦੇਖਣ ਦਿੰਦੀ ਹੈ, ਜੋ ਅਣਡਿੱਠਾ ਹੈ। ਸਾਡੇ ਹਰ ਰੋਜ਼ ਦੇ ਜੀਵਨ ਵਿੱਚ ਅਸੀਂ ਇਸ ਤਰ੍ਹਾਂ ਦੇ ਔਜ਼ਾਰ ਪਾ ਸਕਦੇ ਹਾਂ ਜੋ ਸਾਨੂੰ ਉਹ ਦੇਖਣ ਵਿੱਚ ਕਾਬਿਲ ਬਣਾਉਂਦੇ ਹਨ ਜੋ ਅਣਡਿੱਠਾ ਹੈ। ਜੇਕਰ ਤੁਸੀਂ ਇਸ ਦੇ ਬਾਰੇ ਸਾਵਧਾਨੀ ਨਾਲ ਸੋਚੋਗੇ ਤਦ ਤੁਸੀਂ ਇਸ ਤਰ੍ਹਾਂ ਦੇ ਕਾਫੀ ਔਜ਼ਾਰ ਲੱਭ ਸਕੋਗੇ। ਤਦ ਫਿਰ ਅਸੀਂ ਕਿਵੇਂ ਪਰਮੇਸ਼ਰ ਨੂੰ ਲੱਭ ਸਕਦੇ ਹਾਂ ਜੋ ਅਣਡਿੱਠੇ ਹਨ? ਕਿ ਬਾਈਬਲ ਪਰਮੇਸ਼ਰ ਦੁਆਰਾ ਬਣਾਇਆ ਗਿਆ ਔਜ਼ਾਰ ਨਹੀਂ ਹੈ ਜਿਸ ਦੇ ਦੁਆਰਾ ਅਸੀਂ ਅਣਡਿੱਠੇ ਪਰਮੇਸ਼ਰ ਨੂੰ ਦੇਖ ਸਕਦੇ ਹਾਂ। ਜਿਸ ਤਰ੍ਹਾਂ ਅਸੀਂ ਘੜੀ ਦੁਆਰਾ ਸਮੇਂ ਨੂੰ ਦੇਖ ਸਕਦੇ ਹਾਂ ਜੋ ਅਣਡਿੱਠਾ ਹੈ, ਉਸੇ ਤਰ੍ਹਾਂ ਅਸੀਂ ਬਾਈਬਲ ਦੁਆਰਾ ਪਰਮੇਸ਼ਰ ਦੀ ਅਣਡਿੱਠੀ ਦੁਨੀਆ ਦੇਖ ਸਕਦੇ ਹਾਂ। ਬਾਈਬਲ ਸੱਚ ਦੀ ਕਿਤਾਬ ਹੈ ਜਿਸ ਦੇ ਦੁਆਰਾ ਅਸੀਂ ਪਰਮੇਸ਼ਰ ਦੇ ਅਣਡਿੱਠੇ ਰਾਜ, ਪਰਮੇਸ਼ਰ ਦੇ ਅਣਡਿੱਠੇ ਗੁਣਾਂ ਨੂੰ ਅਤੇ ਪਰਮੇਸ਼ਰ ਬਾਰੇ ਸਭ ਕੁਝ ਦੇਖ ਸਕਦੇ ਹਾਂ ਜੋ ਸਾਨੂੰ ਜਾਣਨ ਦੀ ਜ਼ਰੂਰਤ ਹੈ। ਸਾਰੇ ਲੋਕੋ, ਪਵਿੱਤਰ ਆਤਮਾ ਦੇ ਇਸ ਯੁੱਗ ਵਿੱਚ ਅਸੀਂ ਉਹ ਹਾਂ ਜੋ ਲੋਕਾਂ ਨੂੰ ਸਾਖੀ ਦੇ ਰਹੇ ਹਾਂ ਕਿ ਮਸੀਹ ਅਨਸੰਗ ਜੀ ਪਰਮੇਸ਼ਰ ਹਨ। ਕਿ ਇਹ ਉਹੀ ਗੱਲ ਨਹੀਂ ਹੈ ਜੋ ਬਾਈਬਲ ਵੀ ਸਿਖਾਉਂਦੀ ਹੈ? ਅਸੀਂ ਕਿਵੇਂ ਮੰਨ ਸਕਦੇ ਅਤੇ ਵਿਸ਼ਵਾਸ ਕਰ ਸਕਦੇ ਹਾਂ ਕਿ ਆਤਮਾ ਤੇ ਲਾੜੀ ਜੋ ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਹਨ ਮੌਜੂਦ ਹਨ ਅਤੇ ਅਣਡਿੱਠੀ ਦੁਨੀਆ ਵੀ ਮੌਜੂਦ ਹੈ? ਪਰਮੇਸ਼ਰ ਨੇ ਬਾਈਬਲ ਦੁਆਰਾ ਸਭ ਕੁਝ ਦੇਖਣ ਦਿੱਤਾ ਹੈ। ਹਾਲਾਂਕਿ ਭਾਵੇਂ ਹੀ ਪਰਮੇਸ਼ਰ ਨੇ ਸਾਰੀ ਮਨੁੱਖ ਜਾਤੀ ਨੂੰ ਬਾਈਬਲ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ, ਫਿਰ ਵੀ ਇਸ ਤਰ੍ਹਾਂ ਦੇ ਲੋਕ ਹਨ ਜੋ ਦੇਖਦੇ ਹੋਏ ਨਹੀਂ ਦੇਖਦੇ ਅਤੇ ਸੁਣਦੇ ਹੋਏ ਨਹੀਂ ਸੁਣਦੇ ਅਤੇ ਨਹੀਂ ਸਮਝਦੇ। ਇਹ ਕਾਫੀ ਬਦਕਿਸਮਤੀ ਨਾਲ ਭਰਿਆ ਹੈ। ਦੁਨੀਆ ਵਿੱਚ ਕਾਫੀ ਲੋਕਾਂ ਦੇ ਵਿੱਚ ਇਸ ਤਰ੍ਹਾਂ ਕਿਉਂ ਹੈ ਕਿ ਅਸੀਂ ਇਸ ਪਵਿੱਤਰ ਆਤਮਾ ਦੇ ਯੁੱਗ ਵਿੱਚ ਮਸੀਹ ਅਨਸੰਗ ਜੀ ਨੂੰ ਪਰਮੇਸ਼ਰ ਮੰਨਦੇ ਹਾਂ? ਅਸੀਂ ਕਿਉਂ ਵਿਸ਼ਵਾਸ ਕਰਦੇ ਹਾਂ ਕਿ ਮਸੀਹ ਅਨਸੰਗ ਪਰਮੇਸ਼ਰ ਹਨ? 2000 ਸਾਲ ਪਹਿਲਾਂ ਰਸੂਲਾਂ ਅਤੇ ਪਹਿਲੇ ਚਰਚ ਦੇ ਸੰਤਾਂ ਨੇ ਯੀਸ਼ੂ ਨੂੰ ਪਰਮੇਸ਼ਰ ਦੇ ਰੂਪ ਵਿੱਚ ਕਿਉਂ ਮੰਨਿਆ, ਭਾਵੇਂ ਹੀ ਉਹ ਸਰੀਰ ਵਿੱਚ ਸੀ? ਉਹਨਾਂ ਦੇ ਕੋਲ ਇਸ ਤਰ੍ਹਾਂ ਕਰਨ ਦਾ ਇੱਕ ਕਾਰਨ ਰਿਹਾ ਹੋਵੇਗਾ। ਇਸ ਤਰ੍ਹਾਂ ਇਸ ਲਈ ਸੀ ਕਿਉਂਕਿ ਉਹਨਾਂ ਨੇ ਇਸ ਗੱਲ ਦਾ ਸਬੂਤ ਦੇਖਿਆ। ਅਸੀਂ ਵੀ ਇਸ ਦਾ ਸਬੂਤ ਦੇਖਿਆ ਹੈ। ਇਹ ਉਸ ਘੜੀ ਦੇ ਵਾਂਗ ਹੈ ਜੋ ਸਾਡੇ ਲਈ ਅਣਡਿੱਠੇ ਲੰਘਦੇ ਸਮੇਂ ਨੂੰ ਦੇਖਣ ਦੇ ਲਈ ਬਣਾਈ ਗਈ ਸੀ। ਜੇਕਰ ਇਹ ਵਿਅਕਤੀ ਕਹਿੰਦਾ ਹੈ ਮੈਂ ਪਰਮੇਸ਼ਰ ਹਾਂ ਅਤੇ ਉਹ ਵਿਅਕਤੀ ਵੀ ਕਹਿੰਦਾ ਹੈ ਮੈਂ ਪਰਮੇਸ਼ਰ ਹਾਂ, ਤਦ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਸੱਚਾ ਪਰਮੇਸ਼ਰ ਕੌਣ ਹੈ? ਕਿੰਨਾ ਚੰਗਾ ਹੋਵੇਗਾ ਜੇਕਰ ਕੋਈ ਇਸ ਤਰ੍ਹਾਂ ਦਾ ਔਜ਼ਾਰ ਹੋਵੇ ਜੋ ਸਾਨੂੰ ਦਿਖਾ ਸਕਦਾ ਹੈ ਕਿ ਕੀ ਸੱਚ ਹੈ ਤੇ ਕੀ ਝੂਠ ਹੈ। ਬਾਈਬਲ ਇੱਕ ਕੀਮਤੀ ਔਜ਼ਾਰ ਹੈ ਜੋ ਇਸ ਭੂਮਿਕਾ ਨੂੰ ਨਿਭਾਉਂਦੀ ਹੈ। ਫਿਰ ਅਸੀਂ ਕਿਉਂ ਕਹਿੰਦੇ ਹਾਂ ਕਿ ਮਸੀਹ ਅਨਸੰਗ ਜੀ ਪਰਮੇਸ਼ਰ ਹਨ? ਬਾਈਬਲ ਵਿੱਚ ਨਬੀਆਂ ਨੇ ਕਿਹਾ ਕਿ ਜੋ ਇਸ ਧਰਤੀ ਤੇ ਨਵੇਂ ਨੇਮ ਦਾ ਕੀਮਤੀ ਸੱਚ ਘੋਸ਼ਿਤ ਕਰਦੇ ਹਨ ਉਹ ਸਾਡੇ ਪਰਮੇਸ਼ਰ ਹਨ ਅਤੇ ਇਹ ਕਿ ਅਸੀਂ ਉਸ ਦੇ ਲੋਕ ਹੋਵਾਂਗੇ ਅਤੇ ਉਹ ਸਾਡੇ ਪਰਮੇਸ਼ਰ ਹੋਣਗੇ। ਕਿ ਬਾਈਬਲ ਅਤੇ ਨਬੀ ਇਸ ਗੱਲ ਦੀ ਸਾਖੀ ਨਹੀਂ ਦਿੰਦੇ ਕਿ ਪਰਮੇਸ਼ਰ ਦੇ ਇਲਾਵਾ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਜੋ ਇਸ ਭੂਮਿਕਾ ਨੂੰ ਨਿਭਾ ਸਕਦਾ ਹੈ। ਇਹ ਇੱਕ ਔਜ਼ਾਰ ਦੇ ਵਾਂਗ ਹੈ ਜੋ ਇਹ ਸੰਕੇਤ ਦੇਣ ਦੇ ਲਈ ਕਿ ਪੱਥਰ ਅਸਲੀ ਹੀਰਾ ਹੈ ਜਾਂ ਨਕਲੀ ਹੀਰੇ ਦੀ ਪਰਿਮਾਣਿਕਤਾ ਦੀ ਜਾਂਚ ਕਰਨ ਵਿੱਚ ਕਾਬਿਲ ਹੈ। ਉਸੇ ਤਰ੍ਹਾਂ ਜੇਕਰ ਪਰਮੇਸ਼ਰ ਲੋਕਾਂ ਦੇ ਵਿੱਚ ਰਹਿੰਦੇ ਹਨ ਤਦ ਅਸੀਂ ਪਰਮੇਸ਼ਰ ਨੂੰ ਕਿਵੇਂ ਪਛਾਣਾਂਗੇ? ਅਸੀਂ ਬਾਈਬਲ ਦੁਆਰਾ ਜੋ ਉਹ ਔਜ਼ਾਰ ਹੈ ਜਿਸ ਦੇ ਦੁਆਰਾ ਅਸੀਂ ਉਹਨਾਂ ਨੂੰ ਪਛਾਣ ਸਕਦੇ ਹਾਂ, ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਾਂਗੇ ਕਿ ਪਰਮੇਸ਼ਰ ਕੌਣ ਹਨ। ਫਿਰ ਬਾਈਬਲ ਇਸ ਗੱਲ ਦੀ ਸਾਖੀ ਕਿਵੇਂ ਦਿੰਦੀ ਹੈ ਕਿ ਮਸੀਹ ਅਨਸੰਗ ਪਰਮੇਸ਼ਰ ਹਨ? ਬਾਈਬਲ ਇਸ ਗੱਲ ਦੀ ਸਾਖੀ ਦਿੰਦੀ ਹੈ ਕਿ ਉਹ ਸਾਡੇ ਸੱਚੇ ਪਰਮੇਸ਼ਰ ਹਨ ਕਿਉਂਕਿ ਉਹ ਨਵਾਂ ਨੇਮ ਲਿਆਏ ਹਨ ਅਤੇ ਨਵੇਂ ਨੇਮ ਦੁਆਰਾ ਸਾਨੂੰ ਸੰਦੀਪਕ ਸਵਰਗ ਦੇ ਰਾਜ ਦਾ ਵਾਅਦਾ ਕੀਤਾ ਹੈ।
ਆਓ ਅਸੀਂ ਇਸ ਸਾਖੀ ਤੇ ਇੱਕ ਨਜ਼ਰ ਪਾਈਏ। ਯਿਰਮੀਆ ਅਧਿਆਇ 31 ਵਚਨ 31 ਵਿੱਚ ਲਿਖਿਆ ਹੈ, ਵੇਖੋ ਉਹ ਦਿਨ ਆ ਰਹੇ ਹਨ, ਯਹੋਵਾ ਦਾ ਵਾਕ ਹੈ ਕਿ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨਾਂਗਾ। ਜਦੋਂ ਅਸੀਂ ਪਰਮੇਸ਼ਰ ਦੇ ਵਚਨ ਦਾ ਅਧਿਐਨ ਕਰਦੇ ਹਾਂ ਤਦ ਸਾਨੂੰ ਉਹਨਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਜਿਨ੍ਹਾਂ ਨੇ ਕਿਹਾ ਕਿ ਮੈਂ ਨਵਾਂ ਨੇਮ ਬੰਨਾਂਗਾ। ਕਿਹਨਾਂ ਨੇ ਕਿਹਾ ਕਿ ਮੈਂ ਨਵਾਂ ਨੇਮ ਬੰਨਾਂਗਾ? ਮੈਂ, ਪ੍ਰਭੂ ਯਹੋਵਾ ਨੇ ਕਿਹਾ ਕਿ ਮੈਂ ਇਸ ਨੂੰ ਬੰਨਾਂਗਾ। ਯਹੋਵਾ ਪਰਮੇਸ਼ਰ ਨੂੰ ਸਮਝਣ ਦੇ ਲਈ ਸਾਨੂੰ ਤ੍ਰਿਏਕ ਨੂੰ ਸਮਝਣ ਦੀ ਜ਼ਰੂਰਤ ਹੈ। ਯਹੋਵਾ ਪਰਮੇਸ਼ਰ ਕੌਣ ਹਨ? ਉਹ ਯੀਸ਼ੂ ਹਨ। ਅਤੇ ਯੀਸ਼ੂ ਕੌਣ ਹਨ? ਉਹ ਯੀਸ਼ੂ ਦਾ ਨਵਾਂ ਨਾਮ ਮਸੀਹ ਆਨਸੰਗ ਹੈ। ਪਿਤਾ ਪਰਮੇਸ਼ਰ ਯਹੋਵਾ, ਪੁੱਤਰ ਪਰਮੇਸ਼ਰ ਯੀਸ਼ੂ ਮਸੀਹ ਅਤੇ ਪਵਿੱਤਰ ਆਤਮਾ ਪਰਮੇਸ਼ਰ ਨਇਆ ਨਾਮ ਮਸੀਹ ਆਨਸੰਗ ਹੋਂਗ। ਭਾਵੇਂ ਹੀ ਉਹ ਅਲੱਗ-ਅਲੱਗ ਯੁੱਗਾਂ ਵਿੱਚ ਅਲੱਗ-ਅਲੱਗ ਨਾਮ ਨਾਲ ਆਏ ਹਨ, ਉਹ ਇੱਕ ਹੀ ਪਰਮੇਸ਼ਰ ਹਨ। ਲਗਭਗ 2700 ਸਾਲ ਪਹਿਲਾਂ ਯਿਰਮੀਆ ਨੇ ਭਵਿੱਖਬਾਣੀ ਕੀਤੀ ਸੀ ਕਿ ਪਰਮੇਸ਼ਰ ਪੱਕੀ ਤਰ੍ਹਾਂ ਧਰਤੀ ਤੇ ਆਉਣਗੇ ਅਤੇ ਨਵੇਂ ਨੇਮ ਦੀ ਸਥਾਪਨਾ ਕਰਨਗੇ। ਵਚਨ 32 ਉਸ ਨੇਮ ਵਾਂਗੂ ਨਹੀਂ ਜਿਹੜਾ ਉਹਨਾਂ ਦੇ ਪਿਓ ਦਾਦਿਆਂ ਨਾਲ ਬੰਨਿਆ, ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ ਭਾਈ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਲਿਆਵਾਂ। ਜਿਸ ਮੇਰੇ ਨੇਮ ਨੂੰ ਉਹਨਾਂ ਨੇ ਤੋੜ ਦਿੱਤਾ, ਭਾਵੇਂ ਮੈਂ ਉਹਨਾਂ ਦਾ ਵਿਆਦੜ ਸਾਂ। ਯਹੋਵਾ ਦਾ ਵਾਕ ਹੈ। ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦੇ ਦਿਨਾਂ ਪਿੱਛੋਂ ਇਜ਼ਰਾਈਲ ਦੇ ਘਰਾਣੇ ਨਾਲ ਬੰਨਾਂਗਾ। ਯਹੋਵਾ ਦਾ ਵਾਕ ਹੈ। ਉਹ ਕੀ ਕਰਨਗੇ? ਮੈਂ ਆਪਣੀ ਵਿਵਸਥਾ ਉਹਨਾਂ ਦੇ ਅੰਦਰ ਰੱਖਾਂਗਾ। ਉਹ ਕੀ ਕਰਨਗੇ? ਮੈਂ ਆਪਣੀ ਵਿਵਸਥਾ ਉਹਨਾਂ ਦੇ ਅੰਦਰ ਰੱਖਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਇੱਥੇ ਉਹ ਕਿਹੜਾ ਨੇਮ ਹੈ ਜੋ ਪਰਮੇਸ਼ਵਰ ਅਤੇ ਉਹਨਾਂ ਦੇ ਲੋਕਾਂ ਨੂੰ ਜੋੜਦਾ ਹੈ? ਪਰਮੇਸ਼ਰ ਆਪਣੇ ਲੋਕਾਂ ਦੇ ਨਾਲ ਆਪਣੇ ਸੰਬੰਧ ਦੀ ਪੁਸ਼ਟੀ ਨਵੇਂ ਨੇਮ ਨਾਮ ਦੇ ਨਿਸ਼ਾਨ ਦੁਆਰਾ ਕਰਨਗੇ। ਬਾਈਬਲ ਦੀਆਂ 66 ਕਿਤਾਬਾਂ ਵਿੱਚ ਪਰਮੇਸ਼ਰ ਨੇ ਸਾਨੂੰ ਬਹੁਤ ਆਸਾਨੀ ਨਾਲ ਦੱਸਿਆ ਤਾਂ ਜੋ ਸਾਡੇ ਲਈ ਸਰੀਰ ਵਿੱਚ ਹੋ ਕੇ ਆਏ ਪਰਮੇਸ਼ਰ ਨੂੰ ਪਛਾਣਨਾ ਆਸਾਨ ਹੋਵੇ। ਪਰਮੇਸ਼ਰ ਨੇ ਲਿਖਿਆ ਹੈ ਕਿ ਜਦੋਂ ਉਹ ਇਸ ਧਰਤੀ ਤੇ ਆਉਣਗੇ ਤਦ ਉਹ ਨਵੇਂ ਨੇਮ ਦੁਆਰਾ ਆਪਣੇ ਲੋਕਾਂ ਦੇ ਨਾਲ ਸੰਪਰਕ ਕਰਨਗੇ ਅਤੇ ਉਹ ਨਵੇਂ ਨੇਮ ਦੁਆਰਾ ਗਰੰਟੀ ਦੇਣਗੇ ਕਿ ਅਸੀਂ ਅਨੰਤ ਸਵਰਗ ਦੇ ਰਾਜ ਨੂੰ ਵਿਰਾਸਤ ਵਿੱਚ ਪਾਵਾਂਗੇ। ਪਰਮੇਸ਼ਰ ਨੇ ਮਨੁੱਖ ਜਾਤੀ ਨੂੰ ਕਿਹਾ, ਜੇਕਰ ਤੁਸੀਂ ਮੈਨੂੰ ਸਮਝਣਾ ਚਾਹੁੰਦੇ ਹੋ ਤਦ ਪਹਿਲਾਂ ਨਵੇਂ ਨੇਮ ਨੂੰ ਸਮਝੋ। ਪਰਮੇਸ਼ਰ ਨੇ ਸਾਨੂੰ ਉਸ ਉੱਤੇ ਧਿਆਨ ਦੇਣ ਨੂੰ ਕਿਹਾ ਹੈ ਜੋ ਇਸ ਧਰਤੀ ਤੇ ਨਵੇਂ ਨੇਮ ਦਾ ਸੱਚ ਸਥਾਪਿਤ ਕਰਦੇ ਹਨ। ਪਰਮੇਸ਼ਰ ਨੇ ਇਹ ਵੀ ਕਿਹਾ ਕਿ ਨਵਾਂ ਨੇਮ ਸਿਰਫ ਪਾਪਾਂ ਦੀ ਮਾਫੀ ਨਹੀਂ ਦਿੰਦਾ, ਬਲਕਿ ਸਦੀਪਕ ਸਵਰਗ ਦੇ ਰਾਜ ਦੀ ਵਿਰਾਸਤ ਦਾ ਵਾਅਦਾ ਵੀ ਪ੍ਰਾਪਤ ਕਰਨ ਦਿੰਦਾ ਹੈ। ਪਰਮੇਸ਼ਰ ਨੇ ਇਹਨਾਂ ਸਾਰਿਆਂ ਵਾਅਦਿਆਂ ਨੂੰ ਨਵੇਂ ਨੇਮ ਨਾਲ ਜੋੜਿਆ ਹੈ। ਪਰਮੇਸ਼ਰ ਨੇ ਕਿਹਾ, ਤੁਸੀਂ ਜੋ ਨਵਾਂ ਨੇਮ ਮੰਨਦੇ ਹੋ ਮੇਰੇ ਲੋਕ ਹੋਵੋਗੇ ਅਤੇ ਮੈਂ ਤੁਹਾਡਾ ਪਰਮੇਸ਼ਰ ਹੋਵਾਂਗਾ। ਉਹ ਤੁਹਾਨੂੰ ਨਵੇਂ ਨੇਮ ਦਾ ਸੱਚ ਸਿਖਾਉਂਦੇ ਹਨ। ਸਾਰੇ ਲੋਕੋ, ਕੀ ਇਹ ਸਮਝਣ ਦੇ ਲਈ ਔਖਾ ਅਤੇ ਮੁਸ਼ਕਿਲ ਹੈ? ਪਰਮੇਸ਼ਰ ਨੇ ਇਸ ਨੂੰ ਸਮਝਣ ਦੇ ਲਈ ਆਸਾਨ ਅਤੇ ਸੌਖਾ ਹੋਣ ਦੇ ਲਈ ਸੰਖੇਪ ਵਿੱਚ ਕਿਹਾ। ਫਿਰ ਕਿ ਸਾਨੂੰ ਸਿਰਫ ਇਹ ਦੇਖਣ ਦੀ ਜ਼ਰੂਰਤ ਨਹੀਂ ਹੈ ਕਿ ਨਵੇਂ ਨੇਮ ਦਾ ਸੱਚ ਧਰਤੀ ਤੇ ਕੌਣ ਲਿਆਇਆ। 2000 ਸਾਲ ਪਹਿਲਾਂ ਪੁੱਤਰ ਦੇ ਯੁੱਗ ਵਿੱਚ ਨਬੀ ਦੀ ਸਾਖੀ ਦੇ ਅਨੁਸਾਰ ਨਵੇਂ ਨੇਮ ਨੂੰ ਕੌਣ ਲਿਆਏ? ਯੀਸ਼ੂ। ਪਵਿੱਤਰ ਆਤਮਾ ਦੇ ਇਸ ਅੰਤਮ ਯੁੱਗ ਬਾਰੇ ਕੀ ਸਾਨੂੰ ਆਸਾਨੀ ਨਾਲ ਸਮਝਣ ਵਿੱਚ ਕਾਬਿਲ ਹੋਣਾ ਚਾਹੀਦਾ ਹੈ। ਇਸ ਪ੍ਰਕਾਰ ਅਸੀਂ ਸਮਝ ਸਕਦੇ ਹਾਂ ਕਿ ਜੋ ਸਾਨੂੰ ਸਵਰਗ ਦੇ ਰਾਜ ਨੂੰ ਵਿਰਾਸਤ ਵਿੱਚ ਦਿੰਦੇ ਹਨ ਉਹ ਮਸੀਹ ਹਨ, ਜੋ ਇਸ ਧਰਤੀ ਤੇ ਦੂਸਰੀ ਵਾਰ ਮਲਕੀਸਿਦਕ ਦੀ ਰੀਤੀ ਵਿੱਚ ਆਏ ਹਨ। ਕਿ ਅਸੀਂ ਇਸ ਗੱਲ ਦੀ ਵੀ ਪੁਸ਼ਟੀ ਨਹੀਂ ਕਰ ਸਕਦੇ ਕਿ ਉਹ ਸਾਡੇ ਪਰਮੇਸ਼ਰ ਹਨ, ਜਿਨ੍ਹਾਂ ਨੇ ਪੁਰਾਣੇ ਮੱਧ ਨਾਲ ਮੌਤ ਦਾ ਸਦਾ ਦੇ ਲਈ ਨਾਸ਼ ਕੀਤਾ। ਠੀਕ ਜਿਵੇਂ ਯਸ਼ਾਇਆ ਅਧਿਆਇ 25 ਵਿੱਚ ਭਵਿੱਖਬਾਣੀ ਕੀਤੀ ਗਈ ਸੀ, ਜਿੱਥੇ ਇਹ ਕਿਹਾ ਗਿਆ ਹੈ, ਅਸੀਂ ਇਸ ਨੂੰ ਉਡੀਕਦੇ ਆਏ ਹਾਂ ਕਿ ਉਹ ਸਾਡੀ ਮੁਕਤੀ ਕਰੇ। ਸਾਰੇ ਲੋਕੋ, ਬਾਈਬਲ ਦੇ ਵਚਨ ਬਿਲਕੁਲ ਵੀ ਔਖੇ ਨਹੀਂ ਹਨ, ਉਹ ਸੌਖੇ ਹਨ। ਹਾਲਾਂਕਿ ਸਮੱਸਿਆ ਇਹ ਹੈ ਕਿ ਲੋਕਾਂ ਦੇ ਕੋਲ ਪਰਮੇਸ਼ਰ ਦੇ ਵਚਨਾਂ ਤੇ ਵਿਸ਼ਵਾਸ ਦੀ ਕਮੀ ਹੈ। ਉਹ ਇਹਨਾਂ ਕੀਮਤੀ ਵਚਨਾਂ ਨੂੰ ਸਵੀਕਾਰ ਨਹੀਂ ਕਰਦੇ ਅਤੇ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੇ। ਇਸ ਲਈ ਉਹ ਪਰਮੇਸ਼ਰ ਨੂੰ ਲੱਭਣ ਵਿੱਚ ਅਸਫਲ ਰਹਿੰਦੇ ਹਨ। ਭਾਵੇਂ ਹੀ ਉਹ ਅਸਲ ਵਿੱਚ ਇਸ ਧਰਤੀ ਤੇ ਆਏ ਅਤੇ ਉਹ ਕੰਮ ਕਰ ਰਹੇ ਹਨ ਜਿਸ ਦੀ ਭਵਿੱਖਬਾਣੀ ਕੀਤੀ ਗਈ ਸੀ, ਪਰ ਉਹ ਉਹਨਾਂ ਨੂੰ ਸਵੀਕਾਰ ਨਹੀਂ ਕਰ ਸਕਦੇ, ਉਹਨਾਂ ਨੂੰ ਸਮਝ ਨਹੀਂ ਸਕਦੇ ਅਤੇ ਨਾ ਹੀ ਉਹਨਾਂ ਦੀਆਂ ਸਿੱਖਿਆਵਾਂ ਦਾ ਸਹੀ ਢੰਗ ਨਾਲ ਪਾਲਣ ਕਰ ਸਕਦੇ ਹਨ। ਜਿਵੇਂ
ਅਸੀਂ ਇੱਕ ਘੜੀ ਨਾਮ ਦੇ ਯੰਤਰ ਦੁਆਰਾ ਸਮੇਂ ਨੂੰ ਨਾਪ ਸਕਦੇ ਹਾਂ ਜੋ ਅਣਡਿੱਠਾ ਹੈ। ਠੀਕ ਉਸੇ ਤਰ੍ਹਾਂ ਕਿ ਅਸੀਂ ਬਾਈਬਲ ਦੀਆਂ ਸਿੱਖਿਆਵਾਂ ਦੁਆਰਾ ਪਰਮੇਸ਼ਰ ਦੀ ਮੌਜੂਦਗੀ ਦੀ ਪੁਸ਼ਟੀ ਨਹੀਂ ਕਰ ਸਕਦੇ। ਪਰਮੇਸ਼ਰ ਨੇ ਕਿਹਾ ਮੈਂ ਨਵੇਂ ਨੇਮ ਨੂੰ ਬੰਨਾਂਗਾ। ਪਰਮੇਸ਼ਰ ਨੇ ਕਿਹਾ ਕਿ ਉਹ ਖੁਦ ਇਸ ਨੂੰ ਪੂਰਾ ਕਰਨਗੇ। ਇਹ ਨੇਮ ਕਦੇ ਵੀ ਸ਼ੈਤਾਨ ਜਾਂ ਤੁਹਾਡੇ ਗੁਆਂਢੀ ਦੇ ਕਿਸੇ ਵਿਅਕਤੀ ਦੁਆਰਾ ਨਹੀਂ ਬੰਨਿਆ ਜਾ ਸਕਦਾ। ਇਹ ਇੱਕ ਪ੍ਰਸਿੱਧ ਸੰਸਾਰਿਕ ਵਿਗਿਆਨੀ ਦੀ ਕਲਪਨਾ ਦੁਆਰਾ ਨਹੀਂ ਬੰਨਿਆ ਜਾਂਦਾ। ਸਿਰਫ ਕੌਣ ਨਵੇਂ ਨੇਮ ਨੂੰ ਬੰਨ ਸਕਦਾ ਹੈ? ਪਰਮੇਸ਼ਰ ਨੇ ਕਿਹਾ ਮੈਂ ਯਹੋਵਾ ਇਹ ਕਰਾਂਗਾ। ਕਿ ਬਾਈਬਲ ਵਿੱਚ ਇਸ ਗੱਲ ਦੀ ਸਾਖੀ ਨਹੀਂ ਦਿੱਤੀ ਗਈ ਹੈ ਕਿ ਪਰਮੇਸ਼ਰ ਪਿਤਾ ਦੇ ਯੁੱਗ ਵਿੱਚ ਯਹੋਵਾ ਦੇ ਨਾਮ ਨਾਲ ਅਤੇ ਪੁੱਤਰ ਦੇ ਯੁੱਗ ਵਿੱਚ ਯਿਸੂ ਦੇ ਨਾਮ ਨਾਲ ਅਤੇ ਪਵਿੱਤਰ ਆਤਮਾ ਦੇ ਇਸ ਅੰਤਮ ਯੁੱਗ ਵਿੱਚ ਮਸੀਹ ਅਨਸੰਗ ਹੋਂਚੀ ਇਸ ਨਵੇਂ ਨਾਮ ਨਾਲ ਛੁਟਕਾਰੇ ਦੀ ਆਪਣੀ ਯੋਜਨਾ ਨੂੰ ਅੰਜਾਮ ਦੇਣਗੇ। ਇਸ ਤੇ ਥੋੜਾ ਜਿਹਾ ਵੀ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ। ਇਹ ਇਸ ਲਈ ਹੈ ਕਿਉਂਕਿ ਪਰਮੇਸ਼ਰ ਨੇ ਪਹਿਲਾਂ ਤੋਂ ਹੀ ਨਬੀਆਂ ਦੁਆਰਾ ਇਹ ਸਭ ਭਵਿੱਖਬਾਣੀ ਕੀਤੀ ਸੀ ਕਿ ਉਹ ਇਸ ਤਰ੍ਹਾਂ ਆਉਣਗੇ। ਉਹਨਾਂ ਨੇ ਧਰਤੀ ਤੇ ਆ ਕੇ ਉਹ ਸਭ ਪੂਰਾ ਕੀਤਾ ਜੋ ਉਹਨਾਂ ਬਾਰੇ ਭਵਿੱਖਬਾਣੀ ਕੀਤੀ ਗਈ ਸੀ। ਅਸੀਂ ਇਬਰਾਨੀਆਂ ਅਧਿਆਇ 9 ਤੇ ਇੱਕ ਨਜ਼ਰ ਪਾਈਏ। ਅਧਿਆਇ 9 ਵਚਨ 11 ਵਿੱਚ ਲਿਖਿਆ ਹੈ, ਪਰ ਜਦ ਮਸੀਹ ਆਉਣ ਵਾਲੀਆਂ ਉੱਤਮ ਵਸਤਾਂ ਦਾ ਪ੍ਰਧਾਨ ਯਾਜਕ ਹੋ ਕੇ ਆਇਆ ਤਾਂ ਪਹਿਲਾਂ ਨਾਲੋਂ ਉਸ ਵੱਡੇ ਅਤੇ ਪੂਰਨ ਡੇਰੇ ਦੇ ਰਾਹੀਂ ਜੋ ਹੱਥਾਂ ਦਾ ਬਣਾਇਆ ਹੋਇਆ ਨਹੀਂ ਅਰਥਾਤ ਇਸ ਸ੍ਰਿਸ਼ਟੀ ਦਾ ਨਹੀਂ ਹੈ, ਉਹ ਬੱਕਰਿਆਂ ਤੇ ਵੱਛਿਆਂ ਦੇ ਲਹੂ ਦੇ ਰਾਹੀਂ ਨਹੀਂ ਸਗੋਂ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਸਥਾਨਾਂ ਦੇ ਅੰਦਰ ਸਦੀਪਕ ਨਿਸਤਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ। ਕਿਉਂਕਿ ਜੇ ਬੱਕਰਿਆਂ ਅਤੇ ਵੱਛੜਿਆਂ ਦਾ ਲਹੂ ਅਤੇ ਵੇੜ ਦੀ ਸਵਾ ਜਿਹੜੀ ਪ੍ਰਿਸ਼ਟਾ ਉੱਤੇ ਧੂੜੀ ਜਾਵੇ ਸਰੀਰ ਦੇ ਸ਼ੁੱਧ ਕਰਨ ਲਈ ਪਵਿੱਤਰ ਕਰਦੀ ਹੈ, ਤਾਂ ਕਿੰਨਾ ਕੁ ਵਧੇਕ ਮਸੀਹ ਦਾ ਲਹੂ ਜਿਹਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ਰ ਅੱਗੇ ਚੜਾਇਆ ਦੇ ਅੰਤःਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ। ਭਾਈ ਤੁਸੀਂ ਜਿਉਂਦੇ ਪਰਮੇਸ਼ਰ ਦੀ ਉਪਾਸਨਾ ਕਰੋ। ਇਸੇ ਕਾਰਨ ਉਹ ਕਿਸ ਦਾ ਵਿਚੋਲਾ ਹੈ? ਨਵੇਂ ਨੇਮ ਦਾ ਵਿਚੋਲਾ ਹੈ, ਕਿਉਂਕਿ ਇੱਕ ਮੌਤ ਹੋਈ ਹੈ ਜਿਹੜੀ ਪਹਿਲੇ ਨੇਮ ਦੇ ਅਪਰਾਧਾਂ ਤੋਂ ਛੁਡਾਉਂਦੀ ਹੈ। ਭਾਈ ਉਹ ਜਿਹੜੇ ਸੱਦੇ ਹੋਏ ਹਨ ਸਦੀਪਕ ਕਾਲ ਦੇ ਵਿਰਸੇ ਦੇ ਵਾਅਦੇ ਨੂੰ ਪ੍ਰਾਪਤ ਕਰਨ। ਨਵੇਂ ਨੇਮ ਦੁਆਰਾ ਸਾਰੀ ਮਨੁੱਖ ਜਾਤੀ ਨੂੰ ਸਦੀਪਕ ਸਵਰਗ ਦੇ ਰਾਜ ਦੀ ਮਿਰਾਸ ਦੇਣ ਦੇ ਲਈ ਉਹਨਾਂ ਨੂੰ ਕਿਸ ਦਾ ਵਿਚੋਲਾ ਬਣਨਾ ਪਿਆ? ਉਹ ਸਾਡੇ ਲਈ ਨਵੇਂ ਨੇਮ ਦੇ ਵਿਚੋਲੇ ਬਣੇ। ਇਸ ਲਈ ਨਵਾਂ ਨੇਮ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ ਕਿ ਕੋਈ ਵੀ ਆ ਕੇ ਖੁਦ ਉਸ ਨੂੰ ਸਥਾਪਿਤ ਕਰੇ ਅਤੇ ਸਿਖਾ ਸਕੇ। ਸਿਰਫ ਕੌਣ ਇਹ ਕਰ ਸਕਦਾ ਹੈ? ਜਦੋਂ ਅਸੀਂ ਬਾਈਬਲ ਅਤੇ ਨਬੀਆਂ ਦੀਆਂ ਭਵਿੱਖਬਾਣੀਆਂ ਨੂੰ ਦੇਖਦੇ ਹਾਂ ਤਦ ਇਹ ਸਿਰਫ ਪਰਮੇਸ਼ਰ ਹਨ ਜੋ ਧਰਤੀ ਤੇ ਆ ਕੇ ਨਵੇਂ ਨੇਮ ਦੇ ਸੱਚ ਨੂੰ ਸਥਾਪਿਤ ਕਰ ਸਕਦੇ ਹਨ ਅਤੇ ਸਾਨੂੰ ਸਿਖਾ ਸਕਦੇ ਹਨ। ਅਸੀਂ ਖੁਦ ਨੂੰ ਪੁੱਛ ਕੇ ਕੌਣ ਨਵੇਂ ਨੇਮ ਦਾ ਸੱਚ ਲਿਆਇਆ ਹੈ, ਆਸਾਨੀ ਨਾਲ ਪਰਮੇਸ਼ਰ ਨੂੰ ਪਛਾਣ ਸਕਦੇ ਹਾਂ ਅਤੇ ਅਸੀਂ ਸਮਝ ਸਕਦੇ ਹਾਂ ਕਿ ਪਰਮੇਸ਼ਰ ਕੌਣ ਹਨ। ਉਹ ਕੌਣ ਸੀ ਜਿਨ੍ਹਾਂ ਦਾ 1948 ਵਿੱਚ ਇਸ ਭਵਿੱਖਬਾਣੀ ਦੇ ਅਨੁਸਾਰ ਬਪਤਿਸਮਾ ਹੋਇਆ ਕਿ ਜਦੋਂ ਅੰਜੀਰ ਦੇ ਦਰਖਤ ਦੀ ਟਾਹਣੀ ਕੋਮਲ ਹੋ ਜਾਂਦੀ ਅਤੇ ਪੱਤੇ ਨਿਕਲਣ ਲੱਗਦੇ ਹਨ ਤਦ ਮਨੁੱਖ ਦਾ ਪੁੱਤਰ ਦਰਵਾਜ਼ੇ ਤੇ ਹੋਵੇਗਾ। ਉਹ ਕੌਣ ਸੀ ਜਿਨ੍ਹਾਂ ਨੇ ਰਾਜਾ ਦਾਊਦ ਦੇ ਸਿੰਘਾਸਨ ਦੀ ਭਵਿੱਖਬਾਣੀ ਨੂੰ ਪੂਰਾ ਕੀਤਾ? ਆਓ ਅਸੀਂ ਇਸ ਬਾਰੇ ਡੂੰਘਾਈ ਨਾਲ ਵਿਚਾਰ ਕਰੀਏ। ਇਸ ਨੂੰ ਕਿਸ ਨੇ ਪੂਰਾ ਕੀਤਾ ਹੈ? ਅਸੀਂ ਬਿਨਾਂ ਕਿਸੇ ਸਬੂਤ ਦੇ ਐਵੇਂ ਹੀ ਮਸੀਹ ਆਂਸਾ ਉਂਚੀ ਤੇ ਪਰਮੇਸ਼ਰ ਦੇ ਰੂਪ ਵਿੱਚ ਵਿਸ਼ਵਾਸ ਨਹੀਂ ਕਰਦੇ। ਸੰਪੂਰਨ ਪਵਿੱਤਰ ਸ਼ਾਸਤਰ ਅਤੇ ਸਾਰੇ ਨਬੀ ਠੀਕ ਰੀਤੀ ਨਾਲ ਮਸੀਹ ਆਂਸਾ ਉਂਚੀ ਬਾਰੇ ਸਾਖੀ ਦਿੰਦੇ ਹਨ। ਇਸ ਲਈ ਜਦੋਂ ਸਾਡੇ ਤੋਂ ਪੁੱਛਿਆ ਜਾਂਦਾ ਹੈ ਤੁਸੀਂ ਕਿਵੇਂ ਜਾਣਦੇ ਹੋ ਕਿ ਮਸੀਹ ਆਂਸਾ ਉਂਚੀ ਪਰਮੇਸ਼ਰ ਹਨ, ਤਦ ਅਸੀਂ ਕਹਿ ਸਕਦੇ ਹਾਂ ਉਹ ਪਰਮੇਸ਼ਰ ਹਨ ਕਿਉਂਕਿ ਉਹ ਫਸਾ ਲਿਆਏ, ਜਾਂ ਉਹ ਪਰਮੇਸ਼ਰ ਹਨ ਕਿਉਂਕਿ ਉਹਨਾਂ ਨੇ ਸਾਨੂੰ ਸੰਦੀਪਕ ਜੀਵਨ ਦਿੱਤਾ, ਜਾਂ ਉਹ ਪਰਮੇਸ਼ਰ ਹਨ ਕਿਉਂਕਿ ਉਹਨਾਂ ਨੇ ਸਾਨੂੰ ਜੀਵਨ ਦਾ ਦਰਖਤ ਦਿੱਤਾ। ਉਹ ਪਰਮੇਸ਼ਰ ਹਨ ਕਿਉਂਕਿ ਉਹਨਾਂ ਨੇ ਸਾਨੂੰ ਨਵੇਂ ਨੇਮ ਦਾ ਸੱਚ ਪ੍ਰਚਾਰ ਕੀਤਾ। ਉਹ ਪਰਮੇਸ਼ਰ ਹਨ ਕਿਉਂਕਿ ਉਹਨਾਂ ਨੇ ਸਾਨੂੰ ਆਤਮਿਕ ਮਨ ਦਿੱਤਾ। ਸਿਆਂਸਾਂ ਜੀ ਬਾਰੇ ਦੱਸਣ ਦੇ ਲਈ ਕਿ ਤੁਹਾਡੇ ਕੋਲ ਇੰਨੀਆਂ ਸਾਰੀਆਂ ਚੀਜ਼ਾਂ ਨਹੀਂ ਹਨ। ਇਹਨਾਂ ਸਾਰੇ ਮਾਮਲਿਆਂ ਵਿੱਚੋਂ ਅਸੀਂ ਅੱਜ ਨਵੇਂ ਨੇਮ ਬਾਰੇ ਅਧਿਐਨ ਕਰ ਰਹੇ ਹਾਂ। ਆਓ ਅਸੀਂ ਲੂਕਾ ਅਧਿਆਇ 22 ਵਚਨ 7 ਦੇਖੀਏ। ਪਤੀਲੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦੇ ਲਈ ਬਲੀਦਾਨ ਕਰਨਾ ਸੀ ਅਤੇ ਉਸਨੇ ਪਤਰਸ ਅਤੇ ਯਹੂਨਾ ਨੂੰ ਇਹ ਕਹਿ ਕੇ ਘੱਲਿਆ, ਭਾਈ ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਅਸੀਂ ਖਾਈਏ। ਪਸਾਹ ਸੱਚਮੁੱਚ ਮਹੱਤਵਪੂਰਨ ਹੈ। ਵਚਨ 13 ਸੋ ਉਹਨਾਂ ਨੇ ਜਾ ਕੇ ਜਿਹੋ ਜਿਹਾ ਉਸਨੇ ਉਹਨਾਂ ਨੂੰ ਦੱਸਿਆ ਸੀ ਤਿਹੋ ਜਿਹਾ ਡਿੱਠਾ ਅਤੇ ਪਸਾਹ ਤਿਆਰ ਕੀਤੀ। ਵਚਨ 14 ਜਦ ਘੜੀ ਆ ਪਹੁੰਚੀ ਤਾਂ ਉਹ ਖਾਣ ਬੈਠਾ ਅਤੇ ਰਸੂਲ ਉਹਦੇ ਨਾਲ ਬੈਠੇ। ਉਸਨੇ ਉਹਨਾਂ ਨੂੰ ਕਿਹਾ, ਮੈਂ ਵੱਡੀ ਇੱਛਾ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ।
ਯਿਸੂ ਜਿਨ੍ਹਾਂ ਨੂੰ ਪਸਾਹ ਮਨਾਉਣ ਦੀ ਵੱਡੀ ਇੱਛਾ ਸੀ ਨੇ ਵਚਨ 19 ਵਿੱਚ ਨਵੇਂ ਨੇਮ ਪਸਾਹ ਮਨਾਉਣ ਦਾ ਨਮੂਨਾ ਦਿਖਾਇਆ। ਲੂਕਾ ਅਧਿਆਇ 22 ਵਚਨ 19 ਤੋਂ 20। ਤਾਂ ਉਸਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ। ਅਤੇ ਯਿਸੂ ਨੇ ਕਿਹਾ, ਇਸ ਨੂੰ ਪੱਕਾ ਕਰੋ, ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ। ਖਾਣ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ, ਨਵਾਂ ਨੇਮ ਹੈ। ਯਿਸੂ ਦੇ ਆਉਣ ਤੋਂ ਲਗਭਗ 700 ਸਾਲ ਪਹਿਲਾਂ ਪਰਮੇਸ਼ਰ ਨੇ ਯਿਰਮੀਆ ਦੁਆਰਾ ਭਵਿੱਖਬਾਣੀ ਕੀਤੀ। ਸੁਣ, ਇਸ ਤਰ੍ਹਾਂ ਦੇ ਦਿਨ ਆਉਣ ਵਾਲੇ ਹਨ ਜਦੋਂ ਮੈਂ ਇਜ਼ਰਾਈਲ ਅਤੇ ਯਹੂਦਾ ਦੇ ਘਰਾਣੇ ਨਾਲ ਨਵਾਂ ਨੇਮ ਬੰਨਾਂਗਾ ਅਤੇ ਆਖਰਕਾਰ ਉਹ ਯਿਸੂ ਸੀ ਜਿਨ੍ਹਾਂ ਨੇ ਨਵੇਂ ਨੇਮ ਦੀ ਸਥਾਪਨਾ ਕੀਤੀ। ਯਿਰਮੀਆ ਅਧਿਆਇ 31 ਵਿੱਚ ਨਵੇਂ ਨੇਮ ਬੰਨਣ ਦੀ ਭਵਿੱਖਬਾਣੀ ਕਿਸ ਨੇ ਕੀਤੀ ਸੀ? ਯਹੋਵਾ ਨੇ। ਫਿਰ ਯਹੋਵਾ ਪਰਮੇਸ਼ਰ ਅਤੇ ਯਿਸੂ ਦੇ ਵਿੱਚ ਕੀ ਸੰਬੰਧ ਹੈ? ਉਹ ਇੱਕ ਹੀ ਪਰਮੇਸ਼ਰ ਹਨ। ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਯਹੋਵਾ ਨਵੇਂ ਨੇਮ ਨੂੰ ਬੰਨਣਗੇ ਅਤੇ ਫਿਰ ਉਹ ਯਿਸੂ ਸੀ ਜਿਨ੍ਹਾਂ ਨੇ ਇਸ ਨੂੰ ਬੰਨਿਆ। ਇਸ ਤਰ੍ਹਾਂ ਇਹ ਭਵਿੱਖਬਾਣੀ ਠੀਕ ਰੀਤੀ ਨਾਲ ਪੂਰੀ ਹੋਈ। ਯਹੋਵਾ ਪਰਮੇਸ਼ਰ, ਯਿਸੂ ਅਤੇ ਨਵਾਂ ਨਾਮ ਮਸੀਹ ਆਨਸੰਗ ਹੋਂਗਚੀ ਇੱਕ ਦੂਸਰੇ ਤੋਂ ਅਲੱਗ ਨਹੀਂ ਹਨ, ਬਲਕਿ ਉਹ ਇੱਕ ਹੀ ਪਰਮੇਸ਼ਰ ਹਨ। ਪਿਤਾ ਦੇ ਯੁੱਗ ਵਿੱਚ ਪਰਮੇਸ਼ਰ ਨੇ ਯਹੋਵਾ ਦੇ ਨਾਮ ਨਾਲ ਨਵੇਂ ਨੇਮ ਬਾਰੇ ਭਵਿੱਖਬਾਣੀ ਕੀਤੀ ਸੀ ਅਤੇ ਪੁੱਤਰ ਦੇ ਯੁੱਗ ਵਿੱਚ ਉਹਨਾਂ ਨੇ ਯਿਸੂ ਦੇ ਨਾਮ ਨਾਲ ਇਸ ਭਵਿੱਖਬਾਣੀ ਨੂੰ ਪੂਰਾ ਕੀਤਾ ਅਤੇ ਨਵੇਂ ਨੇਮ ਦੀ ਸਥਾਪਨਾ ਕੀਤੀ, ਕਿਉਂਕਿ ਯਿਸੂ ਨੇ ਨਵੇਂ ਨੇਮ ਦੀ ਖੁਸ਼ਖਬਰੀ ਦੇ ਰਾਜ ਨੂੰ ਪੂਰਾ ਕਰਨ ਦੇ ਲਈ ਸਿਰਫ 3 ਸਾਲਾਂ ਤੱਕ ਨਵੇਂ ਨੇਮ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਸੀ। ਤਦ ਉਹਨਾਂ ਨੂੰ ਦੂਸਰੀ ਵਾਰ ਫਿਰ ਤੋਂ ਆਣਾ ਪਿਆ। ਇਸ ਕਰਕੇ ਆਪਣੀ ਦੂਸਰੀ ਵਾਰ ਆਉਣ ਤੇ ਉਹਨਾਂ ਨੇ 37 ਸਾਲ ਤੱਕ ਨਵੇਂ ਨੇਮ ਦਾ ਪ੍ਰਚਾਰ ਕਰਦੇ ਹੋਏ ਆਪਣੀ ਸੇਵਕਾਈ ਕੀਤੀ। ਫਿਰ ਪਿਤਾ ਦੇ ਯੁੱਗ, ਪੁੱਤਰ ਦੇ ਯੁੱਗ ਜਾਂ ਪਵਿੱਤਰ ਆਤਮਾ ਦੇ ਯੁੱਗ ਵਿੱਚ ਉਹ ਕੌਣ ਹੈ ਜੋ ਮਨੁੱਖ ਜਾਤੀ ਨੂੰ ਨਵੇਂ ਨੇਮ ਦੁਆਰਾ ਸਵਰਗ ਦਾ ਬਚਨ ਕੀਤਾ ਹੋਇਆ ਅਨੰਤ ਵਾਦਾ ਸਦੀਪਕ ਜੀਵਨ ਦੇ ਸਕਦੇ ਹਨ? ਉਹ ਸਿਰਫ ਪਰਮੇਸ਼ਰ ਹਨ। ਦੇਖੋ, ਸਾਡਾ ਪਰਮੇਸ਼ਰ ਇਹੀ ਹੈ। ਇਸ ਲਈ ਵਚਨ 20 ਵਿੱਚ ਇਹ ਲਿਖਿਆ ਹੈ, ਅਤੇ ਖਾਣ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ, ਨਵਾਂ ਨੇਮ ਹੈ। ਇਹ ਫਸਾ ਤੇ ਹੋਇਆ ਸੀ। ਜਿਵੇਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਯਿਸੂ ਦੇ ਸਵਰਗ ਜਾਣ ਦੇ ਲਗਭਗ 300 ਸਾਲ ਦੇ ਬਾਅਦ ਚੌਥੀ ਸ਼ਤਾਬਦੀ ਵਿੱਚ ਨਵੇਂ ਨੇਮ ਦੇ ਸੱਚ ਇੱਕ-ਇੱਕ ਕਰਕੇ ਗਾਇਬ ਹੋਣ ਲੱਗੇ ਸੀ। 321 ਈਸਵੀ ਵਿੱਚ ਸੱਬਤ ਦਾ ਦਿਨ ਮਿਟਾ ਦਿੱਤਾ ਗਿਆ। 325 ਈਸਵੀ ਵਿੱਚ ਪਸਾਹ ਮਿਟਾ ਦਿੱਤਾ ਗਿਆ। 354 ਈਸਵੀ ਵਿੱਚ ਕ੍ਰਿਸਮਸ ਸ਼ੁਰੂ ਕੀਤਾ ਗਿਆ ਅਤੇ ਸਲੀਬ ਵਰਗੀ ਮੂਰਤੀ ਪੂਜਕਾਂ ਦੇ ਧਰਮਾਂ ਵਿੱਚ ਇਸਤੇਮਾਲ ਕੀਤੀ ਜਾਣ ਵਾਲੀਆਂ ਚੀਜ਼ਾਂ ਨੂੰ ਆਰਾਧਨਾ ਦੇ ਲਈ ਚਰਚ ਵਿੱਚ ਪੇਸ਼ ਕੀਤਾ ਜਾਣ ਲੱਗਾ। ਇਹਨਾਂ ਦਿਨਾਂ ਵਿੱਚ ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਚਰਚ ਨਹੀਂ ਲੱਭ ਸਕਦੇ ਜੋ ਨਵੇਂ ਨੇਮ ਦਾ ਸੱਚ ਪ੍ਰਚਾਰ ਕਰਦਾ ਹੈ। ਪਰਮੇਸ਼ਰ ਨੇ ਇਸ ਗੱਲ ਨੂੰ ਦੇਖ ਕੇ ਕਿ ਉਹ ਆਪਣੇ ਬੁੱਲਾਂ ਨਾਲ ਘੋਸ਼ਣਾ ਕਰਦੇ ਹਨ ਕਿ ਉਹ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਹਨ, ਫਿਰ ਵੀ ਮੂਰਤੀ ਪੂਜਕ ਮੂਰਤੀਆਂ ਨਾਲ ਪਰਮੇਸ਼ਰ ਦੇ ਮੰਦਿਰ ਨੂੰ ਭਰਦੇ ਹਨ। ਰਸੂਲ ਯਹੂਨਾ ਦੇ ਪ੍ਰਕਾਸ਼ਨ ਦੁਆਰਾ ਕਿਹਾ, ਹੇ ਮੇਰੇ ਲੋਕੋ, ਜਲਦੀ ਨਾਲ ਉਸ ਵਿੱਚੋਂ ਨਿਕਲ ਆਓ। ਫਿਰ ਬਾਬੁਲ ਤੋਂ ਬਾਹਰ ਨਿਕਲਣ ਤੋਂ ਬਾਅਦ ਸਾਨੂੰ ਕਿੱਥੇ ਜਾਣਾ ਚਾਹੀਦਾ ਹੈ? ਪਰਮੇਸ਼ਰ ਨੇ ਸਾਨੂੰ ਕਿੱਥੇ ਜਾਣ ਦੇ ਲਈ ਕਿਹਾ? ਪਰਮੇਸ਼ਰ ਨੇ ਸਾਨੂੰ ਭੱਜ ਕੇ ਸਿਓਨ ਵਿੱਚ ਜਾਣ ਨੂੰ ਕਿਹਾ। ਭਰਾਵੋ ਤੇ ਭੈਣੋ, ਉਹ ਥਾਂ ਜਿੱਥੇ ਅਸੀਂ ਭੱਜ ਕੇ ਆਏ ਹਾਂ ਚਰਚ ਆਫ ਗੋਡ ਸਿਓਨ ਹੈ, ਜਿੱਥੇ ਅਸੀਂ ਪਰਬ ਮਨਾਉਂਦੇ ਹਾਂ, ਹੈ ਨਾ? ਇੱਥੇ ਸਾਡੇ ਵਿੱਚ ਕੌਣ ਰਹਿੰਦੇ ਹਨ? ਸਿਓਨ ਵਿੱਚ ਪਰਮੇਸ਼ਰ ਸਾਡੇ ਨਾਲ ਹਨ। ਸਿਓਨ ਵਿੱਚ ਪਰਮੇਸ਼ਰ ਕਿਸ ਸੱਚ ਨਾਲ ਸ਼ਾਸਨ ਕਰਦੇ ਹਨ? ਪਰਮੇਸ਼ਰ ਸਿਓਨ ਵਿੱਚ ਨਵੇਂ ਨੇਮ ਦੀ ਵਿਵਸਥਾ ਨਾਲ ਸ਼ਾਸਨ ਕਰਦੇ ਹਨ ਅਤੇ ਸਾਨੂੰ ਨਵੇਂ ਨੇਮ ਦਾ ਸੱਚ ਸਿਖਾਉਂਦੇ ਹਨ ਕਿ ਉਹ ਅੰਤਿਮ ਦਿਨਾਂ ਵਿੱਚ ਨਵੇਂ ਨੇਮ ਦੀ ਖੁਸ਼ਖਬਰੀ ਦੇ ਰਾਜ ਦੀ ਅਗਵਾਈ ਕਰਦੇ ਹੋਏ ਸਿਓਨ ਵਿੱਚ ਰਾਜਾ ਨਹੀਂ ਬਣੇ ਅਤੇ ਫਿਰ ਭਵਿੱਖਬਾਣੀ ਦੇ ਅਨੁਸਾਰ ਆਪਣੇ 37 ਸਾਲ ਦੀ ਲੰਬੀ ਖੁਸ਼ਖਬਰੀ ਦੇ ਜੀਵਨ ਨੂੰ ਪੂਰਾ ਕਰਨ ਦੇ ਬਾਅਦ ਸਵਰਗ ਵਿੱਚ ਨਹੀਂ ਗਏ। ਅੱਜ ਆਓ ਅਸੀਂ ਆਪਣੇ ਦਿਲਾਂ ਤੇ ਇੱਕ ਵਾਰ ਫਿਰ ਤੋਂ ਇਸ ਸਵਾਲ ਦਾ ਜਵਾਬ ਲਿਖੀਏ, ਅਸੀਂ ਕਿਵੇਂ ਜਾਣ ਗਏ ਕਿ ਮਸੀਹ ਆਨਸੰਗ ਹੋਂਗਚੀ ਪਰਮੇਸ਼ਰ ਹਨ? ਬਪਤਿਸਮਾ ਤੋਂ ਸ਼ੁਰੂ ਕਰਕੇ ਅਸੀਂ ਜੋ ਕੁਝ ਵੀ ਮਨਾ ਰਹੇ ਹਾਂ ਉਹ ਨਵੇਂ ਨੇਮ ਦਾ ਭਾਗ ਹੈ। ਪਸਾਹ ਨਵਾਂ ਨੇਮ ਹੈ, ਉਸੇ ਤਰ੍ਹਾਂ ਹੀ ਸੱਬਤ ਦਾ ਦਿਨ ਵੀ ਨਵਾਂ ਨੇਮ ਹੈ। ਸਿਰ ਕੱਜਣ ਦਾ ਨਿਯਮ ਵੀ ਨਵਾਂ ਨੇਮ ਹੈ। ਪਰਮੇਸ਼ਰ ਦੁਆਰਾ ਨਿਯੁਕਤ ਇਹ ਸਾਰੇ ਆਦੇਸ਼ ਅਤੇ ਵਿਵਸਥਾ ਨਵੇਂ ਨੇਮ ਦੇ ਸੱਚ ਹਨ। ਨਵੇਂ ਨੇਮ ਦੇ ਸੱਚ ਵਿੱਚ ਸਾਨੂੰ ਪਾਪਾਂ ਦੀ ਮਾਫੀ ਪ੍ਰਾਪਤ ਹੁੰਦੀ ਹੈ। ਨਵੇਂ ਨੇਮ ਦੇ ਸੱਚ ਵਿੱਚ ਪਰਮੇਸ਼ਰ ਸਾਡੇ ਪਰਮੇਸ਼ਰ ਬਣ ਜਾਂਦੇ ਹਨ। ਅਸੀਂ ਪਰਮੇਸ਼ਰ ਦੇ ਨਾਲ ਇੱਕ ਹੋ ਜਾਂਦੇ ਹਾਂ ਅਤੇ ਅਸੀਂ ਉਹਨਾਂ ਦੇ ਲੋਕ ਬਣ ਜਾਂਦੇ ਹਾਂ।
ਇਹ ਸਾਰੇ ਸੰਪੂਰਨ ਵਾਅਦੇ ਸਾਨੂੰ ਨਵੇਂ ਨੇਮ ਦੁਆਰਾ ਦਿੱਤੇ ਜਾਂਦੇ ਹਨ। ਨਵੇਂ ਨੇਮ ਦਾ ਇਹ ਸੱਚ ਸਾਰੀ ਮਨੁੱਖ ਜਾਤੀ ਨੂੰ ਸਿਖਾਉਣ ਵਾਲੇ ਕੌਣ ਹੋਣਗੇ? ਬਾਈਬਲ ਸਾਖੀ ਦਿੰਦੀ ਹੈ ਕਿ ਇਹ ਸਿਰਫ ਪਰਮੇਸ਼ਰ ਹੀ ਹਨ ਜੋ ਇਸ ਤਰ੍ਹਾਂ ਕਰਨਗੇ। ਆਓ ਅਸੀਂ ਇਸ ਨੂੰ ਇਬਰਾਨੀਓ ਅਧਿਆਇ 8 ਵਿੱਚ ਵੇਖੀਏ। ਅਧਿਆਇ 8 ਵਚਨ 7 ਵਿੱਚ ਲਿਖਿਆ ਹੈ, ਪਰ ਜੇ ਉਹ ਪਹਿਲਾ ਨੇਮ ਬੇਨੁਕਸ ਹੁੰਦਾ ਤਾਂ ਦੂਏ ਲਈ ਥਾਂ ਨਾ ਲੱਭੀ ਜਾਂਦੀ। ਪਹਿਲਾ ਨੇਮ ਪੁਰਾਣਾ ਨੇਮ ਹੈ ਜੋ ਪਰਮੇਸ਼ਰ ਨੇ ਸਾਨੂੰ ਮੂਸਾ ਦੁਆਰਾ ਦਿੱਤਾ ਸੀ। ਪਰ ਜੇ ਉਹ ਪਹਿਲਾ ਨੇਮ ਬੇਨੁਕਸ ਹੁੰਦਾ ਤਾਂ ਦੂਏ ਲਈ ਥਾਂ ਨਾ ਲੱਭੀ ਜਾਂਦੀ। ਦੂਸਰਾ ਨੇਮ ਕੀ ਹੈ? ਨਵਾਂ ਨੇਮ। ਤਾਂ ਦੂਏ ਲਈ ਥਾਂ ਨਾ ਲੱਭੀ ਜਾਂਦੀ, ਕਿਉਂ ਜੋ ਉਹ ਉਹਨਾਂ ਉੱਤੇ ਊਝ ਲਾ ਕੇ ਕਹਿੰਦਾ ਹੈ, ਵੇਖੋ ਉਹ ਦਿਨ ਆ ਰਹੇ ਹਨ, ਪ੍ਰਭੂ ਆਖਦਾ ਹੈ। ਪ੍ਰਭੂ ਕਹਿੰਦਾ ਹੈ ਕਿ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਕੀ ਨਵਾਂ ਨੇਮ ਬੰਨਾਂਗਾ। ਇੱਥੇ ਨਵੇਂ ਨੇਮ ਬੰਨਣ ਦੀ ਭਵਿੱਖਬਾਣੀ ਕਿਸ ਨੇ ਕੀਤੀ ਹੈ? ਇਹ ਕਹਿੰਦਾ ਹੈ ਮੈਂ ਨਵਾਂ ਨੇਮ ਬੰਨਾਂਗਾ। ਕੀ ਇਹ ਸੱਚ ਨਹੀਂ? ਫਿਰ ਕਿ ਸਾਨੂੰ ਨਵਾਂ ਨੇਮ ਕਿਸ ਨੇ ਬੰਨਿਆ ਹੈ ਨੂੰ ਕੋਲੋਂ ਦੇਖਣਾ ਨਹੀਂ ਚਾਹੀਦਾ। ਉਹ ਕੌਣ ਹੈ ਜਿਨ੍ਹਾਂ ਨੇ ਅਸਲ ਵਿੱਚ ਇਸ ਨੂੰ ਬੰਨਿਆ ਹੈ? ਇਸ ਲਈ ਮਸੀਹ ਅਨਸੰਗ ਕੌਣ ਹੈ? ਕਿ ਇਹ ਬਾਈਬਲ ਅਤੇ ਨਬੀਆਂ ਦੀਆਂ 66 ਕਿਤਾਬਾਂ ਦੀ ਸਾਖੀ ਦੇ ਅਨੁਸਾਰ ਨਹੀਂ ਹੋਇਆ ਸੀ। ਸਿਰਫ ਪਰਮੇਸ਼ਰ ਹੀ ਇਸ ਨੂੰ ਕਰ ਸਕਦੇ ਹਨ। ਸਿਰਫ ਪਰਮੇਸ਼ਰ ਹੀ ਨਵੇਂ ਨੇਮ ਨੂੰ ਸਥਾਪਿਤ ਕਰ ਸਕਦੇ ਹਨ। ਪਰਮੇਸ਼ਰ ਨੇ ਕਿਹਾ, ਜਦੋਂ ਅੰਜੀਰ ਦੇ ਦਰਖਤ ਦੀ ਟਾਹਣੀ ਕੋਮਲ ਹੋ ਜਾਂਦੀ ਅਤੇ ਪੱਤੇ ਨਿਕਲਣ ਲੱਗਦੇ ਹਨ, ਤਦ ਮੈਂ ਦਰਵਾਜ਼ੇ ਤੇ ਖੜਾ ਹੋ ਕੇ ਖੜਕਾਵਾਂਗਾ। ਇਹ ਕਦੋਂ ਹੋਇਆ? ਇਹ 1948 ਵਿੱਚ ਹੋਇਆ। ਫਿਰ ਉਸ ਸਾਲ ਨੂੰ ਪਰਮੇਸ਼ਰ ਦਾ ਕੰਮ ਸ਼ੁਰੂ ਹੋਣ ਵਾਲਾ ਸਾਲ ਹੋਣਾ ਚਾਹੀਦਾ ਹੈ। ਰਾਜਾ ਦਾਊਦ ਦੇ ਸਿੰਘਾਸਨ ਦੀ ਭਵਿੱਖਬਾਣੀ ਦੇ ਅਨੁਸਾਰ ਪਰਮੇਸ਼ਰ ਨੂੰ ਆਪਣੇ ਪਹਿਲੀ ਵਾਰ ਆਉਣ ਤੇ 3 ਸਾਲਾਂ ਤੱਕ ਅਤੇ ਫਿਰ ਆਪਣੇ ਦੂਸਰੀ ਵਾਰ ਆਉਣ ਤੇ 37 ਸਾਲਾਂ ਦੇ ਲਈ ਭਵਿੱਖਬਾਣੀ ਦੇ ਰਾਹ ਤੇ ਚੱਲਣਾ ਚਾਹੀਦਾ ਹੈ। ਇਸ ਲਈ ਵਚਨ 8 ਵਿੱਚ ਲਿਖਿਆ ਹੈ, ਕਿਉਂ ਜੋ ਉਹ ਉਹਨਾਂ ਉੱਤੇ ਊਝ ਲਾ ਕੇ ਕਹਿੰਦਾ ਹੈ, ਵੇਖੋ ਉਹ ਦਿਨ ਆ ਰਹੇ ਹਨ, ਪ੍ਰਭੂ ਆਖਦਾ ਹੈ, ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨਾਂਗਾ। ਉਸ ਨੇਮ ਵਾਂਗੂ ਨਹੀਂ ਜਿਹੜਾ ਮੈਂ ਉਹਨਾਂ ਦੇ ਪਿਓ ਦਾਦਿਆਂ ਨਾਲ ਬੰਨਿਆ ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ ਭਾਈ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਲਿਆਵਾਂ। ਉਹ ਤਾਂ ਮੇਰੇ ਨੇਮ ਉੱਤੇ ਕਾਇਮ ਨਾ ਰਹੇ ਅਤੇ ਮੈਂ ਉਹਨਾਂ ਦੀ ਕੁਝ ਪਰਵਾਹ ਨਾ ਕੀਤੀ, ਪ੍ਰਭੂ ਆਖਦਾ ਹੈ। ਫਿਰ ਪ੍ਰਭੂ ਆਖਦਾ ਹੈ, ਇਹ ਉਹ ਨੇਮ ਹੈ ਜਿਹੜਾ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਬੰਨਾਂਗਾ। ਉਹਨਾਂ ਦਿਨਾਂ ਦੇ ਮਗਰੋਂ ਪ੍ਰਭੂ ਆਖਦਾ ਹੈ, ਮੈਂ ਆਪਣੇ ਕਾਨੂੰਨ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ ਅਤੇ ਉਹਨਾਂ ਦੇ ਹਿਰਦਿਆਂ ਉੱਤੇ ਉਹਨਾਂ ਨੂੰ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। ਹਰ ਕੋਈ ਆਪਣੇ ਵਤਨੀ ਨੂੰ ਨਹੀਂ ਸਿਖਾਵੇਗਾ, ਨਾ ਹਰ ਕੋਈ ਆਪਣੇ ਭਾਈ ਨੂੰ, ਇਹ ਕਹਿ ਕੇ ਭਾਈ ਪ੍ਰਭੂ ਨੂੰ ਜਾਣੋ, ਕਿਉਂ ਜੋ ਸਭੇ ਮੈਨੂੰ ਜਾਣਨਗੇ, ਉਹਨਾਂ ਦੇ ਛੋਟੇ ਤੋਂ ਲੈ ਕੇ ਵੱਡੇ ਤੀਕ। ਮੈਂ ਤਾਂ ਉਹਨਾਂ ਦੇ ਕੁਧਰਮਾਂ ਉੱਤੇ ਤਰਸਵਾਨ ਹੋਵਾਂਗਾ ਤੇ ਉਹਨਾਂ ਦੇ ਪਾਪਾਂ ਨੂੰ ਫਿਰ ਕਦੇ ਚੇਤੇ ਨਾ ਕਰਾਂਗਾ। ਜਦੋਂ ਉਹਨੇ ਨਵਾਂ ਨੇਮ ਆਖਿਆ ਤਾਂ ਪਹਿਲੇ ਨੂੰ ਪੁਰਾਣਾ ਠਹਿਰਾਇਆ ਹੈ, ਪਰ ਜੋ ਕੁਝ ਪੁਰਾਣਾ ਹੋਇਆ ਅਤੇ ਚਿਰਕਾਲ ਦਾ ਹੈ ਉਹ ਅਲੋਪ ਹੋਣ ਦੇ ਨੇੜੇ ਹੈ। ਨਵੇਂ ਨੇਮ ਦੀ ਸਿੱਖਿਆ ਦਿੰਦੇ ਹੋਏ ਪਰਮੇਸ਼ਰ ਨੇ ਕਿਹਾ, ਮੈਂ ਉਹਨਾਂ ਦੇ ਕੁਧਰਮ ਅਤੇ ਪਾਪਾਂ ਨੂੰ ਫਿਰ ਯਾਦ ਨਾ ਕਰਾਂਗਾ। ਇਸ ਦਾ ਅਰਥ ਹੈ ਕਿ ਪਰਮੇਸ਼ਰ ਸਾਨੂੰ ਪਾਪਾਂ ਦੀ ਮਾਫੀ ਦੇਣਗੇ। ਇਹ ਉਹ ਵਾਅਦਾ ਹੈ ਜੋ ਪਰਮੇਸ਼ਰ ਨੇ ਆਪਣੇ ਲੋਕਾਂ ਨਾਲ ਜੋ ਨਵੇਂ ਨੇਮ ਵਿੱਚ ਹਨ ਸਥਾਪਿਤ ਕੀਤਾ। ਮੀਕਾ ਅਧਿਆਇ 4 ਵਿੱਚ ਕਿ ਇਹ ਭਵਿੱਖਬਾਣੀ ਨਹੀਂ ਕੀਤੀ ਗਈ ਹੈ ਕਿ ਅੰਤ ਦੇ ਦਿਨਾਂ ਵਿੱਚ ਪਰਮੇਸ਼ਰ ਫਿਰ ਤੋਂ ਪ੍ਰਗਟ ਹੋਣਗੇ ਅਤੇ ਸਾਨੂੰ ਨਵਾਂ ਨੇਮ ਸਿਖਾਉਣਗੇ ਜੋ ਹਨੇਰੇ ਦੇ ਯੁੱਗ ਦੇ ਦੌਰਾਨ ਗਾਇਬ ਹੋ ਗਿਆ ਸੀ। ਉਹ ਸਾਨੂੰ ਆਪਣੇ ਰਾਹ ਸਿਖਾਉਣਗੇ। ਉਹ ਅੰਤ ਦੇ ਦਿਨਾਂ ਵਿੱਚ ਇਸ ਤਰ੍ਹਾਂ ਕਰਨਗੇ। ਆਓ ਅਸੀਂ ਮੀਕਾ ਅਧਿਆਇ 4 ਵਚਨ 1 ਪੜ੍ਹੀਏ। ਆਖਰੀ ਦਿਨਾਂ ਵਿੱਚ ਇਉਂ ਹੋਵੇਗਾ ਕਿ ਯਹੋਵਾ ਦੇ ਭਵਨ ਦਾ ਪਰਵਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ ਅਤੇ ਉਮਤਾਂ ਉਸ ਦੀ ਵੱਲ ਵਗਣਗੀਆਂ। ਇਸ ਭਵਿੱਖਬਾਣੀ ਦੇ ਪੂਰੇ ਹੋਣ ਦਾ ਮਿਥਿਆ ਸਮੇਂ ਕਦੋਂ ਹੈ? ਇਹ ਅੰਤ ਦੇ ਦਿਨ ਹਨ। ਕਿ ਅੰਤ ਦੇ ਦਿਨ ਅੰਤਿਮ ਯੁੱਗ ਮਤਲਬ ਪਵਿੱਤਰ ਆਤਮਾ ਦੇ ਯੁੱਗ ਨੂੰ ਸੰਕੇਤ ਨਹੀਂ ਕਰਦੇ ਜਿਸ ਵਿੱਚ ਅਸੀਂ ਜੀ ਰਹੇ ਹਾਂ। ਯਹੋਵਾ ਦੇ ਭਵਨ ਦਾ ਪਰਵਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਏਗਾ ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ ਅਤੇ ਉਮਤਾਂ ਉਸ ਦੀ ਵੱਲ ਵਗਣਗੀਆਂ। ਬਹੁਤੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ, ਆਓ ਅਸੀਂ ਯਹੋਵਾ ਦੇ ਪਰਵਤ ਉੱਤੇ ਯਾਕੂਬ ਦੇ ਪਰਮੇਸ਼ਰ ਦੇ ਭਵਨ ਨੂੰ ਚੜ੍ਹੀਏ। ਉਹ ਕੀ ਕਰਨਗੇ? ਭਾਈ ਉਹ ਸਾਨੂੰ ਆਪਣੇ ਰਾਹ ਦਿਖਾਵੇ ਅਤੇ ਅਸੀਂ ਉਹਦੇ ਮਾਰਗਾਂ ਵਿੱਚ ਚੱਲੀਏ, ਕਿਉਂ ਜੋ ਵਿਵਸਥਾ ਸਿਓਨ ਤੋਂ ਨਿਕਲੇਗੀ ਅਤੇ ਯਹੋਵਾ ਦਾ ਵਚਨ ਯਰੂਸ਼ਲਮ ਤੋਂ। ਸਿਓਨ ਵਿੱਚ ਕੀ ਮਨਾਇਆ ਜਾਂਦਾ ਹੈ? ਉੱਥੇ ਪਰਬ ਮਨਾਏ ਜਾਂਦੇ ਹਨ।
ਸਾਨੂੰ ਉਸ ਜਗ੍ਹਾ ਨੂੰ ਲੱਭਣਾ ਚਾਹੀਦਾ ਹੈ ਜਿੱਥੇ ਸੱਬਤ ਦਾ ਦਿਨ ਜੋ ਇੱਕ ਹਫ਼ਤੇ ਬਾਅਦ ਆਉਣ ਵਾਲਾ ਪਰਬ ਹੈ ਤੇ ਜਿੱਥੇ 3 ਵਾਰ ਵਿੱਚ 7 ਪਰਬ ਹਨ ਜੋ ਹਰ ਸਾਲ ਆਉਣ ਵਾਲੇ ਪਰਬ ਹਨ। ਉੱਥੇ ਸੱਬਤ ਦਾ ਦਿਨ, ਫਸਾ, ਅਖਮੀਰੀ ਰੋਟੀ ਦਾ ਪਰਬ, ਪਹਿਲੇ ਫਲ ਦਾ ਪਰਬ, ਹਫ਼ਤਿਆਂ ਦਾ ਪਰਬ, ਨਰਸਿੰਗੇ ਦਾ ਪਰਬ, ਪ੍ਰਾਸ਼ਚਿਤ ਦਾ ਦਿਨ ਅਤੇ ਡੇਰਿਆਂ ਦਾ ਪਰਬ ਹੋਣਾ ਚਾਹੀਦਾ ਹੈ। ਉਹ ਕਿਹੜਾ ਚਰਚ ਹੈ ਜਿਸ ਵਿੱਚ ਇਹ ਸਾਰੇ ਸੱਚ ਹਨ? ਪਰਮੇਸ਼ਰ ਉਸ ਜਗ੍ਹਾ ਤੇ ਰਹਿੰਦੇ ਹਨ ਜੋ ਸਿਯੋਨ ਹੈ। 그 시온에서 새 언약이라는 ਉਹ ਕੌਣ ਹੈ ਜੋ ਸਿਯੋਨ ਵਿੱਚ ਨਵੇਂ ਨੇਮ ਦੇ ਸੱਚ ਨਾਲ ਸਾਡੀ ਅਗਵਾਈ ਕਰ ਰਹੇ ਹਨ? 누구시라고요? ਉਹ ਸਾਡੇ ਪਰਮੇਸ਼ਰ ਹਨ। ਉਸ ਦਿਨ ਆਖਿਆ ਜਾਵੇਗਾ, ਵੇਖੋ ਇਹ ਸਾਡਾ ਪਰਮੇਸ਼ਰ ਹੈ, ਅਸੀਂ ਉਹਨੂੰ ਉਡੀਕਦੇ ਸਾਂ ਅਤੇ ਉਹ ਸਾਨੂੰ ਬਚਾਵੇਗਾ। ਜੇਕਰ ਕੋਈ ਸਾਨੂੰ ਪੁੱਛਦਾ ਹੈ ਤੁਸੀਂ ਕਿਵੇਂ ਜਾਣਦੇ ਹੋ ਕਿ ਮਸੀਹ ਅਨਸੰਗ ਪਰਮੇਸ਼ਰ ਹਨ, 지체하지 말고 ਤਦ ਅਸੀਂ ਬਿਨਾਂ ਝਿਜਕਦੇ ਹੋਏ ਕਹਿ ਸਕਦੇ ਹਾਂ ਉਹ ਪਰਮੇਸ਼ਰ ਹਨ, ਕਿਉਂਕਿ ਉਹਨਾਂ ਨੇ ਸਾਨੂੰ ਨਵਾਂ ਨੇਮ ਸਿਖਾਇਆ ਅਤੇ ਸਾਨੂੰ ਸਦੀਪਕ ਜੀਵਨ ਦਿੱਤਾ ਹੈ। ਅਸੀਂ ਉਹਨਾਂ ਨੂੰ ਕਹਿੰਦੇ ਹੋਏ ਬਾਈਬਲ ਦੁਆਰਾ ਦਿਖਾ ਸਕਦੇ ਹਾਂ। ਮੈਂ ਬਾਈਬਲ ਦੁਆਰਾ ਇਸ ਨੂੰ ਸਾਬਿਤ ਕਰ ਸਕਦਾ ਹਾਂ ਕਿ ਤੁਸੀਂ ਇਸ ਨੂੰ ਦੇਖਣਾ ਚਾਹੁੰਦੇ ਹੋ। ਜਦੋਂ ਉਹ ਪੁੱਛਦੇ ਹਨ ਤੁਸੀਂ ਕਿਉਂ ਵਿਸ਼ਵਾਸ ਕਰਦੇ ਹੋ ਕਿ ਮਸੀਹ ਅਨਸੰਗ ਪਰਮੇਸ਼ਰ ਹਨ, ਇਹ ਇਸ ਲਈ ਹੈ ਕਿਉਂਕਿ ਉਹਨਾਂ ਨੇ ਮਾਤਾ ਪਰਮੇਸ਼ਰ ਬਾਰੇ ਸਾਖੀ ਦਿੱਤੀ ਹੈ। ਯਸਾਇਆ ਅਧਿਆਇ 62 ਅਤੇ ਉਤਪਤੀ ਅਧਿਆਇ 3 ਦੇ ਅਨੁਸਾਰ ਮਾਤਾ ਪਰਮੇਸ਼ਰ ਬਾਰੇ ਕੌਣ ਸਾਖੀ ਦੇਣਗੇ? ਇਹ ਲਿਖਿਆ ਹੈ ਕਿ ਸਿਰਫ ਪਿਤਾ ਪਰਮੇਸ਼ਰ ਹੀ ਮਾਤਾ ਪਰਮੇਸ਼ਰ ਬਾਰੇ ਸਾਖੀ ਦੇਣਗੇ। ਇਸ ਲਈ ਆਓ ਅਸੀਂ ਬਾਈਬਲ ਅਤੇ ਨਬੀਆਂ ਦੀ ਭਵਿੱਖਬਾਣੀਆਂ ਤੇ ਦ੍ਰਿੜਤਾ ਨਾਲ ਵਿਸ਼ਵਾਸ ਕਰੀਏ। ਆਓ ਅਸੀਂ ਉਹਨਾਂ ਗਰੀਬ ਆਤਮਾਵਾਂ ਦਾ ਵਿਚਾਰ ਕਰੀਏ ਜਿਨ੍ਹਾਂ ਨੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਹੈ ਪਰ ਸੰਸਾਰ ਵਿੱਚ ਭਟਕਦੇ ਹੋਏ ਗਵਾਚ ਗਈ ਹੈ ਕਿਉਂਕਿ ਉਹ ਨਹੀਂ ਜਾਣਦੀ ਕਿ ਸਵਰਗ ਕਿਵੇਂ ਜਾਣਾ ਹੈ। ਨਵੇਂ ਨੇਮ ਦੇ ਸੇਵਕਾਂ ਦੇ ਰੂਪ ਵਿੱਚ ਸਾਨੂੰ ਸਾਮਰੀਆ ਅਤੇ ਧਰਤੀ ਦੀ ਹੱਦ ਤੱਕ ਸਾਖੀ ਦੇ ਕੇ ਉਹਨਾਂ ਆਤਮਾਵਾਂ ਦੀ ਸੱਚ ਦੇ ਸਹੀ ਰਾਹ ਤੇ ਅਗਵਾਈ ਕਰਨੀ ਚਾਹੀਦੀ ਹੈ। ਮੈਂ ਅੱਜ ਦਾ ਉਪਦੇਸ਼ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।